ਵਿਚਾਲੇ ਕਰ ਦੋ ਵਿਚਾਲੇ ਜੋਤੀ ਮੈਂ ਪੂਰੇ ਨੂੰ ਕਰ ਦੋ ਬਾਪਾ ਠੀਕ ਹੈ ਜ਼ੂਮ ਕਰ हाँ जी संगत जी हो वाहिगुरु जी का खालसा वाहिगुरु जी की फतेह। एक गल बड़े चिरां तो प्रचारी जा रही है, ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ। ਜਦੋਂ ਮਾਨ ਸਾਹਿਬ ਨੂੰ ਮੌਕਾ ਮਿਲਿਆ ਪਾਰਲੀਮੈਂਟ ਜਾਣ ਦਾ ਤੇ ਬੜੀ ਗੱਲ ਇਹ ਪ੍ਰਚਾਰੀ ਗਈ ਵੀ ਇਹ ਤਾਂ ਕਿਰਪਾਨ ਤੇ ਅੜ ਗਿਆ ਭਾਈ, ਪਾਰਲੀਮੈਂਟ 'ਚ ਆ ਕੇ ਸਾਡੀ ਗੱਲ ਕਰ ਸਕਦੇ ਸੀ, ਕਿਉਂ ਨਹੀਂ ਗਏ। ਪਰ ਇਹ ਗੱਲ ਤੁਹਾਨੂੰ ਨਹੀਂ ਦੱਸੀ ਜਾਂਦੀ, ਜਦੋਂ ਮਾਨ ਸਾਹਿਬ ਪਾਰਲੀਮੈਂਟ 'ਚ ਜਾਣ ਦਾ ਮੌਕਾ ਮਿਲਿਆ ਉਸ ਵੇਲੇ ਪੰਜਾਬ ਦੇ ਹਾਲਾਤ ਕੀ ਸੀ ਤੇ ਖਾਸ ਕਰਕੇ ਕੌਮ ਦੇ ਹਾਲਾਤ ਕੀ ਸੀ। ਕੌਮ ਦੇ ਪਿੱਛੇ ਨਸਲਕੁਸ਼ੀ ਪਈ ਸੀ, ਦਰਬਾਰ ਸਾਹਿਬ ਦਾ ਅਟੈਕ ਪਿਆ ਸੀ, ਕੌਮ ਇੱਕ ਆਮ ਸਟਰਗਲ ਚੋਂ ਇੱਕ ਲੜਾਈ ਲੜ ਰਹੀ ਸੀ, ਸਾਡੇ ਖਾੜਕੂ ਸਿੰਘ ਤੇ ਪੰਜਾਬ ਸਾਰਾ ਉਸ ਵੇਲੇ ਆਪਦੀ ਪਛਾਣ ਨੂੰ ਬਚਾਉਣ ਖਾਤਰ ਮੈਦਾਨ 'ਚ ਉਤਰਿਆ ਹੋਇਆ ਸੀ। ਝੂਠੇ ਮੁਕਾਬਲੇ ਬਣਾਏ ਗਏ, ਸਾਡੇ ਮੁੰਡੇ ਮਾਰੇ ਗਏ, ਸਾਡੀਆਂ ਧੀਆਂ ਭੈਣਾਂ ਦੀ ਬੇਪੱਤੀ ਕੀਤੀ ਗਈ। ਅਸੀਂ ਕਾਹਦੀ ਲੜਾਈ ਲੜ ਰਹੇ ਹਾਂ? ਆਪਦੀ ਪਛਾਣ ਦੀ, ਆਪਦੀ ਹੋਂਦ ਦੀ, ਸਾਡੇ ਸੱਭਿਆਚਾਰ ਨੂੰ ਬਚਾਉਣ ਦੀ। ਤੇ ਤੁਹਾਡਾ ਲੀਡਰ ਜਦੋਂ ਪਾਰਲੀਮੈਂਟ 'ਚ ਜਾਂਦਾ ਤੇ ਜੇ ਉਹਨੂੰ ਇਹ ਕਹਿ ਦਿੱਤਾ ਜਾਂਦਾ ਵੀ ਸ਼੍ਰੀ ਸਾਹਿਬ ਛੱਡ ਕੇ ਪਾਰਲੀਮੈਂਟ 'ਚ ਵੜ ਜਾਓ, ਲੜਾਈ ਕੌਮ ਪਛਾਣ ਦੀ ਲੜ ਰਹੀ ਆ, ਤੇ ਲੀਡਰ ਇਹ ਕਹਦੇ ਵੀ ਆਹ ਪਈ ਆ ਸ਼੍ਰੀ ਸਾਹਿਬ ਮੈਂ ਵੜ ਗਿਆ ਪਾਰਲੀਮੈਂਟ 'ਚ, ਫਿਰ ਕਾਹਦਾ ਲੀਡਰ ਆ? ਜਦੋਂ ਲੀਡਰ ਨੇ ਇਹ ਗੱਲ ਕਹੀ ਵੀ ਗੁਰੂ ਨੇ ਸਾਡੇ ਨੇ ਇਹ ਗੱਲ ਸਿਖਾਈ ਆ, ਸਾਡੇ ਸ਼ਾਸਤਰ ਸਾਡੇ ਉਸ ਤਰ੍ਹਾਂ ਨਾਲ ਆ ਵੀ ਸਾਡੀ ਇਸ ਸਰੀਰ ਦਾ ਇੱਕ ਅੰਗ ਆ, ਇਸ ਤੋਂ ਬਿਨਾਂ ਨਹੀਂ ਸਾਡੀ ਕੋਈ ਪਛਾਣ। ਹੁਣ ਪਛਾਣ ਦੀ ਲੜਾਈ ਲੜੀ ਜਾਂਦੇ ਆ, ਲੀਡਰ ਸ਼੍ਰੀ ਸਾਹਿਬ ਛੱਡ ਕੇ ਪਾਰਲੀਮੈਂਟ 'ਚ ਵੜ ਜਾਏ ਤੇ ਫਿਰ ਕਾਹਦਾ ਲੀਡਰ ਆ ਤੇ ਕਾਹਦੀ ਪਛਾਣ ਦੀ ਲੜਾਈ ਆ? ਜਿਹੜੀ ਗੱਲ ਤੇ ਜਿਹੜਾ ਗੁਣ ਹੋਣਾ ਚਾਹੀਦਾ ਸੀ, ਜਿਹੜੀ ਗੱਲ ਤੇ ਸਾਨੂੰ ਮਾਣ ਹੋਣਾ ਚਾਹੀਦਾ ਸੀ, ਇਸ ਹਿੰਦ ਹਕੂਮਤ ਨੇ ਉਸ ਗੱਲ ਨੂੰ ਬਣਾ ਕੇ ਕਿਵੇਂ ਪ੍ਰਚਾਰਤਾ? ਤੇ ਪ੍ਰਚਾਰ ਕਿਹਦੇ ਥਾਣੀ ਕਰਾਇਆ? ਕਾਮਰੇਡਾਂ ਦੇ ਥਾਣੀ। ਕਾਮਰੇਡ ਜਿਹੜੇ ਕਮਿਊਨਿਸਟ ਆ, ਇਹ ਮਾਊਥਪੀਸ ਬਣਦੇ ਆ ਸਰਕਾਰ ਦੇ, ਵੱਡੇ ਵੱਡੇ ਲੇਖ ਲਿਖਦੇ ਆ, ਇਹ ਆਪਦੇ ਨਿਊਜ਼ਪੇਪਰਾਂ 'ਚ ਅੱਜ ਤੱਕ ਲਿਖਦੇ ਆ, ਵੱਡੀਆਂ ਵੱਡੀਆਂ ਇੱਥੇ ਸਪੀਚਾਂ ਦਿੰਦੇ ਆ ਆ ਕੇ। ਉਹ ਟੂਲ ਬਣਦੇ ਆ ਸਰਕਾਰ ਦੇ ਸਾਡੇ ਇੱਥੇ ਇਹੋ ਜੀ ਸਮਝ ਵਿਕਸਿਤ ਕਰਨ ਲਈ। ਤੇ ਜਿਹੜੇ ਕੋਈ ਵਿਰੋਧੀ ਧਿਰ ਹੁੰਦੇ ਆ, ਹੁਣ ਜਿਹੜਾ ਗੁਣ ਜਿਹਦੇ ਤੇ ਸਾਨੂੰ ਮਾਣ ਹੋਣਾ ਚਾਹੀਦਾ ਸੀ ਸਾਡੇ ਲੀਡਰ ਤੇ, ਉਹਨੂੰ ਹੀ ਔਗਣ ਬਣਾ ਕੇ ਪੇਸ਼ ਕਰਤਾ। ਸੋ ਇਸ ਤਰ੍ਹਾਂ ਸਾਡੇ ਤੋਂ ਸਾਡੇ ਲੀਡਰਾਂ ਦੀ ਕ੍ਰੈਡੀਬਿਲਿਟੀ ਜਿਹੜੀ ਉਹਦੇ ਭਰੋਸੇਯੋਗਤਾ ਖੋਹੀ ਜਾਂਦੀ ਹੈ। ਉਸ ਸਾਡੇ ਜਰਨੈਲ ਨੇ, ਉਸ ਲੀਡਰ ਨੇ ਜਿਹਨੇ 40 ਸਾਲ ਸੰਘਰਸ਼ ਕਰਤਾ, 40 ਸਾਲ ਸੰਘਰਸ਼ ਇਸ ਪੰਜਾਬ ਪੱਖੀ ਪੋਲਿਟਿਕਸ ਸਿਰਜਣ ਖਾਤਰ ਕੀਤਾ, ਪਰ ਉਹਨਾਂ ਨੂੰ ਆਈਸੋਲੇਟ ਕਰ ਦਿੱਤਾ ਜਾਂਦਾ, ਇੱਕ ਖੂੰਜੇ 'ਚ ਰੱਖ ਦਿੱਤਾ ਜਾਂਦਾ। ਔਰ ਬਾਕੀ ਜਿਹੜੇ ਸੈਂਟਰ ਦੇ ਨਾਲ ਮਿਲ ਕੇ ਚੱਲਦੇ ਆ, ਜਿਹੜੀ ਮਰਜ਼ੀ ਪਾਰਟੀ ਹੋਵੇ, ਬਾਦਲ ਕੀ ਪਾਰਟੀ ਲਾ ਲਓ, ਆਮ ਆਦਮੀ ਪਾਰਟੀ ਲਾ ਲਓ, ਕਾਂਗਰਸ ਲਾ ਲਓ, ਜਾਂ ਹੋਰ ਜਿਹੜਾ ਵੀ ਕੋਈ ਇੱਥੋਂ ਦਾ ਜਿਹਨੂੰ ਚਮਕਾਉਂਦੇ ਆ, ਚਮਕਾਉਣਗੇ ਉਹਨੂੰ ਹੀ ਜਿਹੜਾ ਉਹਨਾਂ ਦੀ ਝੋਲੀ 'ਚ ਜਾ ਕੇ ਬੈਠੂਗਾ ਜਾਂ ਉਹਨਾਂ ਦੇ ਪੈਰਾਂ 'ਚ ਜਾ ਕੇ ਬੈਠੂਗਾ। ਜਿਹੜਾ ਤੁਹਾਡੇ ਹੱਕਾਂ ਲਈ ਹਿੱਕ ਢਾ ਕੇ ਖੜੂਗਾ ਉਹਨੂੰ ਬਦਨਾਮ ਕੀਤਾ ਜਾਊਗਾ। ਇਸ ਪਹਿਲਾਂ ਕਨਸਪੀਰੇਸੀ ਥਿਊਰੀ ਨੂੰ ਸਮਝੋ, ਇਹ ਕਿਸ ਤਰ੍ਹਾਂ ਮਾਨਸਿਕਤਾ ਘੜੀ ਜਾਂਦੀ ਹੈ। ਸੋ ਇਸ ਵਾਰ ਦੇਖੋ ਚੋਣਾਂ ਆ ਗਈਆਂ, ਚੋਣਾਂ ਕਿਸਾਨੀ ਸੰਘਰਸ਼ ਚੋਂ ਲੰਘ ਕੇ ਆਈਆਂ, ਔਰ ਕਿਸਾਨੀ ਸੰਘਰਸ਼ ਦਾ ਇਹਦੇ ਤੇ ਪ੍ਰਭਾਵ ਆ ਇਹਨਾਂ ਚੋਣਾਂ ਤੇ। ਪਰ ਉਸ ਕਿਸਾਨੀ ਸੰਘਰਸ਼ ਦੀ ਸਮਝ ਨੂੰ ਵੀ ਦੇਖੋ, ਆਪਾਂ ਜਦੋਂ ਕਿਸਾਨੀ ਸੰਘਰਸ਼ ਸੀਗੇ ਉਦੋਂ ਇੱਕ ਸਮਝ ਪੈਦਾ ਹੋ ਗਈ ਸੀ ਵੀ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ। ਹੋਂਦ ਜ਼ਮੀਨਾਂ ਤੱਕ ਤੇ ਫਸਲਾਂ ਤੱਕ ਸੀਮਤ ਨਹੀਂ ਹੁੰਦੀ, ਹੋਂਦ ਸੱਭਿਆਚਾਰਕ ਹੋਂਦ ਹੁੰਦੀ ਆ, ਸਾਡੇ ਫਲਸਫਿਆਂ ਦੀ, ਸਾਡੇ ਸਿਧਾਂਤਾਂ ਦੀ, ਸਾਡੇ ਗ੍ਰੰਥਾਂ ਦੀ, ਸਾਡੇ ਪੰਥ ਦੀ। ਜੇ ਹੋਂਦ ਦੀ ਲੜਾਈ ਲੜ ਰਿਹਾ ਪੰਜਾਬ ਤਾਂ ਕਿਸਾਨੀ ਸੰਘਰਸ਼ ਤੇ ਆ ਕੇ ਖਤਮ ਨਹੀਂ ਹੋ ਜਾਂਦੀ। ਇਹ ਹੋਂਦ ਦੀ ਲੜਾਈ ਸਾਨੂੰ ਇੱਕ ਲੰਬਾ ਸੰਘਰਸ਼ ਇਹਦੇ ਲਈ ਕਰਨਾ ਪੈਣਾ, ਫੇਰ ਹੀ ਕਿਤੇ ਜਾ ਕੇ ਸਾਡੀ ਹੋਂਦ ਤੇ ਹਸਤੀ ਬਚਦੀ ਆ। ਨਹੀਂ ਤਾਂ
ਅੱਜ ਤੁਸੀਂ ਇਹ ਕਹਿ ਲਓ ਵੀ ਜਿਵੇਂ ਇਹਦੀ ਇੱਕ ਮੈਂ ਤੁਹਾਨੂੰ ਉਦਾਹਰਨ ਦਿੰਨਾ। ਜਦੋਂ ਦਰਬਾਰ ਸਾਹਿਬ ਪਿਛਲੇ ਦਿਨੀ ਕਿਸੇ ਨੇ ਜੰਗਲਾਂ ਟੱਪ ਕੇ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬ ਦਾ, ਤੇ ਸਿੰਘਾਂ ਨੇ ਸੋਧਾ ਲਾਤਾ। ਜਿਹੜੇ ਕਾਮਰੇਡ ਸੀ, ਜਿਹੜਾ ਲਿਬਰਲ ਗਰੁੱਪ ਸੀ, ਜਿਹੜੇ ਬੀਜੇਪੀ ਆਰਐਸਐਸ ਵਾਲੇ ਸੀ, ਸਾਰਿਆਂ ਨੇ ਬਹੁਤ ਰੌਲਾ ਪਾਇਆ। ਜਿਹੜੇ ਬੁੱਧੀਜੀਵੀ ਵੀ ਆ, ਜਿਨ੍ਹਾਂ ਨੂੰ ਇੰਟੈਲੈਕਚੁਅਲ ਕਹਿੰਦੇ ਆ ਆਪਾਂ, ਉਹਨਾਂ ਨੇ ਵੀ ਰੌਲਾ ਪਾਇਆ ਵੀ ਇਹ ਲਿੰਚਿੰਗ ਹੋ ਰਹੀ ਆ, ਲਿੰਚਿੰਗ ਹੋ ਰਹੀ ਆ। ਫਿਰ ਤਾਂ ਜਿੱਦੇ ਅਸੀਂ ਮੱਸਾ ਰੰਗੜ ਦਾ ਸਿਰ ਉੱਥੇ ਲਾਇਆ ਸੀ, ਉਹ ਲਿੰਚਿੰਗ ਨਹੀਂ ਸੀ। ਜਦੋਂ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਤੋਂ ਬਾਣੀ ਲਿਖਦੇ ਲਿਖਦੇ 75 ਸਾਲ ਦੀ ਉਮਰ 'ਚ ਲਕੀਰ ਖੰਡੇ ਨਾਲ ਖਿੱਚ ਕੇ ਖੜ ਗਿਆ ਸੀ ਵੀ ਹੁਣ ਸਿਰ ਦੇਣੇ ਪੈਣੇ ਆ, ਉਹ ਲਿੰਚਿੰਗ ਨਹੀਂ ਸੀ। ਇਹਦਾ ਮਤਲਬ ਸਾਡਾ ਸਿਧਾਂਤ ਹੀ ਦੇਗ ਤੇ ਤੇਗ ਦਾ ਦਰ ਤੇ ਆ। ਇਹਨੂੰ